ਕਨੈਕਟ ਐਫਐਮ ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਸਰੀ 'ਚ ਕਰੀਬ 10 ਮਹੀਨੇ ਤੱਕ ਚੱਲੀ ਡਰੱਗ ਤਸਕਰੀ ਦੀ ਜਾਂਚ ਤੋਂ ਬਾਅਦ 2 ਲੋਕਾਂ ਤੇ ਲੱਗੇ ਦੋਸ਼। BC 'ਚ 420 ਕੋਵਿਡ-19 ਮਾਮਲੇ ਤੇ 6 ਮੌਤਾਂ ਹੋਈਆਂ ਰਿਪੋਰਟ। ਕੈਨੇਡਾ 'ਚ ਆਕਸਫੋਰਡ ਐਸਟਰਾਜ਼ੈਨੇਕਾ ਵੈਕਸੀਨ ਸੰਬੰਧਤ ਬਲੱਡ ਕਲੌਟ ਦੇ ਮਾਮਲੇ 'ਚ ਚੌਥੀ ਮੌਤ ਹੋਈ ਰਿਪੋਰਟ। ਟਰਾਂਸਪੋਰਟ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਦੀਆਂ ਫਲਾਈਟਸ ਤੇ ਲੱਗੇ ਬੈਨ ਨੂੰ ਹੋਰ 1 ਮਹੀਨੇ ਲਈ ਵਧਾਇਆ। ਰਿਹਾਈ ਤੋਂ ਬਾਅਦ ਆਪਣੇ ਪਿੰਡ ਪਹੁੰਚਿਆ ਦੀਪ ਸਿੱਧੂ। ਸਰਕਾਰ ਦੇ ਨਾਲ-ਨਾਲ ਕਿਸਾਨੀ ਲੀਡਰਸ਼ਿਪ ਤੇ ਚੁੱਕੇ ਸਵਾਲ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਸਰੀ RCMP ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਸਰੀ ਸਿਟੀ ਸੈਂਟਰ ਇਲਾਕੇ ਵਿੱਚ ਕੋਕੇਨ, ਫੈਂਟਾਨਲ ਅਤੇ ਮੈਥਮਫੈਟਾਮੀਨ ਦੀ ਤਸਕਰੀ ਦੇ ਸੰਬੰਧ ਵਿੱਚ ਕਈ ਦੋਸ਼ ਤੈਅ ਕੀਤੇ ਗਏ ਹਨ। 2 ਲੋਕਾਂ ਤੇ ਦੋਸ਼ ਲਗਾਏ ਗਏ ਹਨ। ਇਹ ਜਾਂਚ 10 ਮਹੀਨੇ ਤੱਕ ਜਾਰੀ ਰਹੀ ਅਤੇ ਇਸ ਦੀ ਸ਼ੁਰੂਆਤ ਜੁਲਾਈ 2020 ਵਿੱਚ ਹੋਈ ਸੀ। ਸਰੀ ਸਿਟੀ ਸਕਾਈ ਟ੍ਰੇਨ ਸਟੇਸ਼ਨ ਦੇ ਇਲਾਕੇ ਵਿੱਚ ਸਿਟੀ ਪਾਰਕਵੇ ਦੇ ਕੋਲ 10,200 ਬਲਾਕ ਵਿੱਚ ਸਟਰੀਟ ਲੈਵਲ ਡਰੱਗ ਗਤੀਵਿਧੀਆਂ 'ਚ ਤੇਜ਼ੀ ਆਉਣ ਤੋਂ ਬਾਅਦ ਸਰੀ RCMP ਡਰੱਗ ਯੂਨਿਟ ਵੱਲੋਂ ਇਹ ਜਾਂਚ ਲਾਂਚ ਕੀਤੀ ਗਈ ਸੀ। ਇਸ ਮਾਮਲੇ 'ਚ 2 ਲੋਕਾਂ ਦੀ ਗ੍ਰਿਫਤਾਰੀ ਹੋਈ ਸੀ, ਜਿਨ੍ਹਾਂ ਤੇ ਹੁਣ ਦੋਸ਼ ਤੈਅ ਕੀਤੇ ਗਏ ਹੈ। ਜਾਂਚ ਦੌਰਾਨ ਕਈ ਪ੍ਰਕਾਰ ਦੇ ਡਰੱਗਸ ਅਤੇ ਹੋਰ ਉਪਕਰਨ ਬਰਾਮਦ ਹੋਏ ਸਨ। ਇਸ 'ਚ ਗੈਰ ਕਾਨੂੰਨੀ ਡਰੱਗਸ, ਡਰੱਗ ਪੈਰਾਫਰਨੇਲੀਆ ਅਤੇ ਪੈਕੇਜਿੰਗ, ਤਿੱਖੇ ਹਥਿਆਰ, ਬਗਾਨੇ ਲੋਕਾਂ ਦੇ ID, ਕਈ ਸੈੱਲਫੋਨ ਅਤੇ ਕੁਝ ਰੈਪਲਿਕਾ ਬੰਦੂਕਾਂ ਬਰਾਮਦ ਹੋਈਆਂ ਸਨ। ਇਸ ਮਾਮਲੇ 'ਚ 9 ਅਪ੍ਰੈਲ ਨੂੰ 33 ਸਾਲਾ ਟੋਇਰੇ ਮੈਲਕੌਮ ਅਤੇ 7 ਮਈ ਨੂੰ 37 ਸਾਲਾ ਅਬੁਲ ਵਸੀਮ ਤੇ ਦੋਸ਼ ਲਗਾਏ ਗਏ ਹਨ। ਕੁਝ ਸਖਤ ਨਿਰਦੇਸ਼ਾਂ ਤੇ ਦੋਵਾਂ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਦੀ ਕੋਰਟ 'ਚ ਪੇਸ਼ੀ ਦੀ ਤਰੀਕ ਤੈਅ ਹੋਣਾ ਬਾਕੀ ਹੈ। ਅੱਜ BC 'ਚ ਕੋਵਿਡ-19 ਦੇ 420 ਮਾਮਲੇ ਰਿਪੋਰਟ ਹੋਏ ਹੈ। ਦੁੱਖ ਦੀ ਗੱਲ ਸੀ ਕਿ 6 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,41,373 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੌਨੀ ਹੈਨਰੀ ਤੇ ਸਿਹਤ ਮੰਤਰੀ ਏਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1667 ਤੱਕ ਪਹੁੰਚ ਗਈ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲਿਆਂ ਦੀ ਗਿਣਤੀ 4507 ਤੱਕ ਪਹੁੰਚ ਚੁੱਕੀ ਹੈ। ਕੁੱਲ 319 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 107 ਨੂੰ ICU 'ਚ ਰੱਖਿਆ ਗਿਆ। BC 'ਚ ਵੈਕਸੀਨ ਦੀਆਂ ਕੁੱਲ 27,44,020 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀ ਹੈ। ਵੈਨਕੂਵਰ ਪੁਲਿਸ ਨੇ ਸਿਟੀ ਨਿਵਾਸੀਆਂ ਨੂੰ ਯਾਦ ਦਿਵਾਇਆ ਹੈ ਕਿ ਇਸ ਵੀਕਐਂਡ ਦੌਰਾਨ ਵੱਡੇ ਇਕੱਠਾਂ ਸੰਬੰਧੀ ਸੂਬੇ 'ਚ ਜਾਰੀ ਪਾਬੰਦੀਆਂ ਦੀ ਉਲੰਘਣਾ ਨਾ ਕੀਤੀ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਵੀਕਐਂਡ ਦੌਰਾਨ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨ ਲਈ ਪੁਲਿਸ ਸਾਵਧਾਨ ਰਹੇਗੀ। ਪੁਲਿਸ ਦਾ ਕਹਿਣਾ ਹੈ ਕਿ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ, ਯੇਲ ਟਾਊਨ ਅਤੇ ਗੈਸ ਟਾਊਨ ਦੇ ਇਲਾਕਿਆਂ 'ਚ ਵਧੇਰੇ ਅਫਸਰ ਤੈਨਾਤ ਕੀਤੇ ਜਾਣਗੇ। ਬਿਆਨ 'ਚ ਦੱਸਿਆ ਗਿਆ ਕਿ ਕਿਸੇ ਇੰਡੋਰ ਇਕੱਠ ਦੇ ਮੱਦੇਨਜ਼ਰ $2300 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਇਸ ਇਕੱਠ ਦਾ ਹਿੱਸਾ ਬਣਨ ਵਾਲੇ ਲੋਕਾਂ ਨੂੰ $575 ਦਾ ਜੁਰਮਾਨਾ ਹੋ ਸਕਦਾ ਹੈ। ਯਾਦ ਰਹੇ, ਪ੍ਰੀਮੀਅਰ ਜੌਨ ਹੌਰਗਨ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਸੂਬੇ 'ਚ ਜਾਰੀ ਪਾਬੰਦੀਆਂ 'ਚ ਕੁਝ ਢਿੱਲ ਦੇਣ ਬਾਰੇ ਆਉਂਦੇ ਮੰਗਲਵਾਰ ਨੂੰ ਐਲਾਨ ਕੀਤਾ ਜਾ ਸਕਦਾ ਹੈ। BC 'ਚ ਵਿਕਟੋਰੀਆ ਡੇ ਲੌਂਗ ਵੀਕਐਂਡ ਦੌਰਾਨ ਵਰਕ ਸੇਫ BC ਦੇ ਇੰਸਪੈਕਟਰਾਂ ਵੱਲੋਂ ਆਊਟਡੋਰ ਪੈਟੀਓ ਵਾਲੇ ਰੈਸਟੋਰਾਂ, ਪਬ ਅਤੇ ਬਰੂਰੀਜ਼ ਤੇ ਪਹੁੰਚ ਕੀਤੀ ਜਾ ਸਕਦੀ ਹੈ। ਇਹ ਪੁਖਤਾ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਵਪਾਰਾਂ ਵੱਲੋਂ ਕੋਵਿਡ-19 ਸੇਫਟੀ ਪਲਾਨਸ ਦੀ ਪਾਲਣਾ ਕੀਤੀ ਜਾ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਹੌਟਸਪੌਟ ਮੰਨੇ ਜਾ ਰਹੇ ਫਰੇਜ਼ਰ ਹੈਲਥ ਅਤੇ ਵੈਨਕੂਵਰ ਕੋਸਟਲ ਹੈਲਥ ਦੇ ਕੁਝ ਖਾਸ ਇਲਾਕਿਆਂ 'ਚ ਵਧੇਰੇ ਇੰਸਪੈਕਸ਼ਨ ਵੇਖਣ ਨੂੰ ਮਿਲ ਸਕਦੀ ਹੈ। ਲੇਬਰ ਮੰਤਰੀ ਹੈਰੀ ਬੈਂਸ ਦਾ ਕਹਿਣਾ ਹੈ ਕਿ 20 ਮਈ ਤੋਂ ਵਰਕਰਾਂ ਦੇ ਲਈ ਇਹ ਆਪਸ਼ਨ ਉਪਲਬਧ ਹੋ ਗਈ ਹੈ ਕਿ ਕੋਵਿਡ-19 ਨਾਲ ਸੰਬੰਧਿਤ ਹਾਲਾਤਾਂ ਦੇ ਚੱਲਦਿਆਂ 3 ਦਿਨ ਤੱਕ ਦੀ ਪੇਡ ਸਿਕ ਲੀਵ ਦਾ ਲਾਹਾ ਲਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਰਕਰ ਲਈ ਅਜਿਹੇ ਹਾਲਾਤ ਨਹੀਂ ਬਣਨੇ ਚਾਹੀਦੇ ਜਿੱਥੇ ਉਹਨਾਂ ਨੂੰ ਬਿਮਾਰ ਅਵਸਥਾ ਵਿੱਚ ਕੰਮ ਤੇ ਜਾਣ ਅਤੇ ਜਾਂ ਫਿਰ ਘਰ ਰਹਿ ਕੇ ਤਨਖਾਹ ਗਵਾਉਣ ਦਾ ਸਾਹਮਣਾ ਕਰਨਾ ਪਵੇ। ਇਸ ਦਾ ਅਰਥ ਹੈ ਕਿ ਜੇਕਰ ਕੋਈ ਵਿਅਕਤੀ ਕੋਵਿਡ-19 ਕਾਰਨ ਬਿਮਾਰ ਹੈ, ਕਿਸੇ ਪਬਲਿਕ ਹੈਲਥ ਆਰਡਰ ਕਾਰਨ ਉਸ ਨੂੰ ਸੈਲਫ ਆਈਸੋਲੇਟ ਕਰਨਾ ਪੈ ਰਿਹਾ ਹੈ, ਉਸ ਨੂੰ ਕੋਵਿਡ-19 ਦੇ ਲੱਛਣ ਹਨ ਜਾਂ ਫਿਰ ਉਹ ਟੈਸਟ ਨਤੀਜੇ ਉਡੀਕ ਰਿਹਾ ਹੈ, ਤਾਂ ਅਜਿਹੇ ਹਾਲਾਤਾਂ ਵਿੱਚ ਉਹ 3 ਦਿਨ ਦੀ ਪੇਡ ਸਿਕ ਲੀਵ ਹਾਸਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਵਰਕਰ ਨੂੰ ਇਸ ਤੋਂ ਵਧੇਰੇ ਬਿਮਾਰ ਸਮੇਂ ਦੀ ਲੋੜ ਹੈ ਤਾਂ ਸਰਕਾਰ ਦਾ ਪ੍ਰੋਗਰਾਮ ਕੁਝ ਹੋਰ ਬੈਨੀਫਿਟ ਪ੍ਰੋਗਰਾਮਸ ਦਾ ਹੱਲ ਵੀ ਦਿੰਦਾ ਹੈ। ਯਾਦ ਰਹੇ, ਪ੍ਰੋਗਰਾਮ ਤਹਿਤ EMPLOYERS ਨੂੰ ਵਰਕਰ ਦੀ ਛੁੱਟੀ ਸੰਬੰਧੀ ਪ੍ਰਤੀ ਦਿਨ ਵੱਧ ਤੋਂ ਵੱਧ $200 ਰੀਇੰਬਰਸ ਕੀਤੇ ਜਾਣਗੇ। ਕੈਨੇਡਾ 'ਚ ਐਸਟਰਾਜ਼ੈਨੇਕਾ ਵੈਕਸੀਨ ਹਾਸਲ ਕਰਨ ਤੋਂ ਬਾਅਦ ਬਲੱਡ ਕਲੌਟ ਸਥਾਪਿਤ ਕਰਨ ਦੇ ਚੱਲਦਿਆਂ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 4 ਹੋ ਗਈ ਹੈ। ਦੇਸ਼ 'ਚ ਇਹਨਾਂ ਬਲੱਡ ਕਲੌਟ ਸੰਬੰਧੀ ਮੌਤ ਦਾ ਤਾਜ਼ਾ ਮਾਮਲਾ ਨਿਊ ਬ੍ਰੰਜ਼ਵਿਕ ਨਾਲ ਸੰਬੰਧਿਤ ਦੱਸਿਆ ਗਿਆ।
ਪੀੜਤ ਵਿਅਕਤੀ ਦੀ ਉਮਰ 50 ਤੋਂ 60 ਸਾਲ ਦਰਮਿਆਨ ਦੱਸੀ ਗਈ ਹੈ। ਸੂਬੇ ਦੀ ਚੀਫ ਮੈਡੀਕਲ ਅਫਸਰ ਡਾਕਟਰ ਜੈਨੀਫਰ ਰਸਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ 11 ਅਪ੍ਰੈਲ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਦਾਨ ਕੀਤੀ ਗਈ ਸੀ। ਇਹਨਾਂ ਨੂੰ ਬਲੱਡ ਕਲੌਟ ਬਣਨ ਦੀ ਸ਼ਿਕਾਇਤ ਉਸ ਤੋਂ 17 ਦਿਨ ਬਾਅਦ ਹੋਈ ਸੀ। ਹੁਣ ਤੱਕ ਕੈਨੇਡਾ 'ਚ ਇਸ ਬਲੱਡ ਕਲੌਟ ਸੰਬੰਧੀ 4 ਮੌਤਾਂ ਰਿਪੋਰਟ ਹੋ ਚੁੱਕੀਆਂ ਹਨ। ਹੁਣ ਤੱਕ 2 ਨਿਊ ਬ੍ਰੰਜ਼ਵਿਕ ਨਿਵਾਸੀਆਂ ਦੀ ਬਲੱਡ ਕਲੌਟਸ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਐਲਬਰਟਾ ਅਤੇ ਕਿਊਬੈਕ 'ਚ ਵੀ ਬਲੱਡ ਕਲੌਟ ਸੰਬੰਧੀ ਮੌਤਾਂ ਰਿਪੋਰਟ ਹੋ ਚੁੱਕੀਆਂ ਹਨ। ਟਰਾਂਸਪੋਰਟ ਕੈਨੇਡਾ ਵੱਲੋਂ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਿੱਧੀਆਂ ਫਲਾਈਟਸ ਤੇ ਲੱਗੇ ਬੈਨ ਨੂੰ ਇੱਕ ਹੋਰ ਮਹੀਨੇ ਲਈ ਵਧਾਇਆ ਜਾ ਰਿਹਾ ਹੈ। ਇਸ ਫਲਾਈਟਸ ਬੈਨ ਦੀ ਸ਼ੁਰੂਆਤ 22 ਅਪ੍ਰੈਲ ਨੂੰ ਹੋਈ ਸੀ। ਉਸ ਵੇਲੇ 1 ਮਹੀਨੇ ਲਈ ਇਹ ਬੈਨ ਲਗਾਇਆ ਗਿਆ ਸੀ। ਇਸ ਬਾਰੇ ਅਧਿਕਾਰਤ ਵੈਬਸਾਈਟ ਤੇ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ। ਦੇਸ਼ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਅੱਜ ਸਵੇਰੇ ਇੱਕ ਨਿਊਜ਼ ਕਾਨਫਰੰਸ ਦੌਰਾਨ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ 'ਚ ਵਾਇਰਸ ਸੰਕਰਮਣ ਦੀ ਦਰ ਕਾਫੀ ਵਧੀ ਹੋਈ ਹੈ ਅਤੇ ਇਹਨਾਂ ਦੇਸ਼ਾਂ ਤੋਂ ਫਲਾਈਟਸ ਤੇ ਬੈਨ ਲਗਾਉਣਾ ਦੇਸ਼ ਵਾਸੀਆਂ ਦੇ ਬਚਾਅ ਲਈ ਜ਼ਰੂਰੀ ਹੈ। ਇਹ ਫਲਾਈਟ ਸੰਬੰਧੀ ਬੈਨ ਹੁਣ 21 ਜੂਨ ਤੱਕ ਲਈ ਵਧਾ ਦਿੱਤਾ ਗਿਆ ਹੈ। We're also extending the third country pre-departure testing requirements for these countries. This means that passengers who depart from India or Pakistan bound for Canada via an indirect route must obtain a valid COVID-19 test results from a third country, not India or Pakistan, before boarding a flight to Canada. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਰੋਮ ਦੇ ਐਲਾਨ ਦੇ ਨਾਲ ਖੜਾ ਹੈ, ਜਿੱਥੇ ਕਿਹਾ ਗਿਆ ਹੈ ਕਿ ਕੋਵਿਡ-19 ਨਾਲ ਵਿਸ਼ਵ ਪੱਧਰ ਤੇ ਲੜਨ ਦੀ ਲੋੜ ਹੈ। ਟਰੂਡੋ ਨੇ ਇਹ ਟਿੱਪਣੀ ਅੱਜ ਸਵੇਰ ਦੇ ਗਲੋਬਲ ਹੈਲਥ ਸਮਿਟ ਦੌਰਾਨ ਕੀਤੀ। ਇਸ ਨੂੰ ਯੂਰੋਪੀਅਨ ਯੂਨੀਅਨ ਅਤੇ ਇਟਲੀ ਵੱਲੋਂ ਕੋ-ਹੋਸਟ ਕੀਤਾ ਗਿਆ ਸੀ। ਇਹ ਡੈਕਲੇਰੇਸ਼ਨ ਕਈ ਸਾਰੇ ਵਾਅਦਿਆਂ ਦੀ ਲੜੀ ਦਾ ਹਿੱਸਾ ਹੈ, ਜਿਸ ਦੌਰਾਨ ਵੈਕਸੀਨ ਤੱਕ ਪਹੁੰਚ, ਡਰੱਗ ਬਣਾਉਣ ਦੀ ਪ੍ਰਕਿਰਿਆ 'ਚ ਵਾਧਾ ਅਤੇ ਹੈਲਥ ਸਿਸਟਮ ਵਿੱਚ ਵਧੇਰੇ ਨਿਵੇਸ਼ ਸ਼ਾਮਲ ਹੈ। ਟਰੂਡੋ ਨੇ ਇਹ ਵੀ ਦੱਸਿਆ ਕਿ ਕੈਨੇਡਾ ਨੇ ਪਹਿਲਾਂ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਕੋਵਿਡ-19 ਉਪਕਰਨਾਂ ਤੱਕ ਪਹੁੰਚ ਵਿੱਚ ਬਿਹਤਰੀ ਲਈ $1.3 ਬਿਲੀਅਨ ਦੀ ਮਦਦ ਭੇਜੀ ਹੈ। Canada welcomes the Rome Declaration. Its principles and commitments will help ensure that together we do more to prevent and prepare for future crises and have greater collective resilience. ਲਾਲ ਕਿਲ੍ਹਾ ਦੀ ਘਟਨਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰੀ ਉਪਰੰਤ ਰਿਹਾ ਹੋਏ ਅਦਾਕਾਰ ਦੀਪ ਸਿੱਧੂ ਨੇ ਸ਼ੁੱਕਰਵਾਰ ਨੂੰ ਆਪਣੇ ਜੱਦੀ ਪਿੰਡ ਉਦੈਕਰਨ ਪਹੁੰਚ ਕੀਤੀ। ਦੀਪ ਸਿੱਧੂ ਨੇ ਰਿਹਾਈ ਉਪਰੰਤ ਅੱਜ ਆਪਣੇ ਜੱਦੀ ਪਿੰਡ ਉਦੈਕਰਨ ਵਿੱਚ ਪਹਿਲਾਂ ਲੋਕਾਂ ਨੂੰ ਇਕੱਠਾ ਕੀਤਾ ਅਤੇ ਫਿਰ ਉਹਨਾਂ ਨੂੰ ਸੰਬੋਧਿਤ ਕੀਤਾ। ਸਿੱਧੂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਲੋਕਾਂ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ। ਇਸ ਉਪਰੰਤ ਕਿਸਾਨੀ ਸੰਘਰਸ਼ ਦੀ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਸੰਘਰਸ਼ ਹੈ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਸਾਡਾ ਵਿਰਸਾ ਜਾਗਿਆ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਰਫ ਤੋਮਤਾਂ ਲਾਉਣ ਦਾ ਦੌਰ ਚੱਲ ਰਿਹਾ ਹੈ ਅਤੇ ਸਵਾਲ ਪੁੱਛਣ ਤੇ ਇੱਕ ਪਾਸੇ ਸਰਕਾਰ ਤੋਮਤਾਂ ਲਾ ਰਹੀ ਹੈ ਅਤੇ ਦੂਜੇ ਪਾਸੇ ਸਾਡੀ ਕਿਸਾਨੀ ਲੀਡਰਸ਼ਿਪ ਵੀ ਇਹੋ ਕੰਮ ਕਰ ਰਹੀ ਹੈ।